ਕੁਰਾਲੀ ਵਿਖੇ ਐਸਡੀਐਮ ਖਰੜ ਨੇ ਕੀਤਾ ਦੌਰਾ। ਬੱਸ ਸਟੈਂਡ ਵਿਖੇ ਨਜਾਇਜ਼ ਕਬਜ਼ਿਆਂ ਦੀ ਵੀ ਕੀਤੀ ਜਾਂਚ। ਜਲਦ ਹੋਵੇਗਾ ਕੁਰਾਲੀ ਦੇ ਬੱਸ ਸਟੈਂਡ ਦਾ ਸੁਧਾਰ। ਸਾਨੂੰ ਕੰਪਲੇਂਟ ਸੀਗੀਆਂ ਕਿ ਜਿਹੜੇ ਕੁਰਾਲੀ ਬੱਸ ਸਟੈਂਡ ਦਾ ਇੱਥੇ ਮੰਦਾ ਹਾਲ ਹੈ, ਇੱਥੇ ਕੋਈ ਬੱਸਿਸ ਆ ਨਹੀਂ ਰਹੀਆਂ। ਹੁਣ ਸਾਨੂੰ ਇੱਥੇ ਆਏ ਤੇ ਪਤਾ ਲੱਗਿਆ ਕਿ ਜਿਹੜੇ ਲੋਕ ਨੇ ਸ਼ਹਿਰ ਦੇ ਉਹ ਬੱਸ ਸਟੈਂਡ ਉੱਥੇ ਹੀ ਖੁਸ਼ ਨੇ ਕਿ ਉੱਥੇ ਹੀ ਬੱਸਿਸ ਰੁਕਣ, ਇੱਥੇ ਆ ਕੇ ਇੱਥੇ ਖੁਸ਼ ਨਹੀਂ ਹੈਗੇ। ਸੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਦੁਕਾਨਾਂ ਇੱਥੇ ਹੈਗੀਆਂ ਨੇ ਇਹਨੂੰ ਕਿਸੇ ਇੱਕ ਕਮਰਸ਼ੀਅਲ ਹੱਬ ਦੇ ਵਿੱਚ ਅਸੀਂ ਡਿਵੈਲਪ ਕਰ ਸਕੀਏ। ਜਿਹੜੀ ਪਹਿਲੀ ਦੁਕਾਨ ਹੈ 10-12 ਸਾਲ ਤੋਂ ਮੇਰੀ ਥੱਲੇ ਦੱਬੀ ਆ। ਉਸ ਟਾਈਮ ਮੈਨੂੰ ਬਲਾਕ ਸੰਮਤੀ ਨੇ ਪ੍ਰੋਮਿਸ ਕੀਤਾ ਸੀ ਵੀ ਆਹ ਦੁਕਾਨਾਂ ਤੁਹਾਨੂੰ ਅਸੀਂ ਨਵੀਆਂ ਦੇਵਾਂਗੇ, ਇਹਦੇ ਵਿੱਚ ਤੁਸੀਂ ਆਪਣਾ ਇੰਨਾ ਚਿਰ ਸਮਾਨ ਬਾਹਰ ਰੱਖ ਲਓ। ਅੱਜ 12 ਸਾਲ ਬੀਤਣ ਦੇ ਬਾਅਦ ਵੀ ਸਾਨੂੰ ਉੱਥੇ ਉਹ ਥਾਂ ਨਹੀਂ ਮਿਲੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਅਪ ਨਿਊਜ਼ ਤੇ ਮੈਂ ਹਾਂ ਜਗਦੀਸ਼ ਸਿੰਘ। ਖਰੜ ਦੇ ਨਵੇਂ ਨਿਯੁਕਤ ਹੋਏ ਐਸਡੀਐਮ ਰਵਿੰਦਰ ਸਿੰਘ ਜਿਨ੍ਹਾਂ ਦੁਆਰਾ ਅੱਜ ਕੁਰਾਲੀ ਦੇ ਬੱਸ ਸਟੈਂਡ ਦਾ ਦੌਰਾ ਕੀਤਾ ਜਾ ਰਿਹਾ ਹੈ। ਕਾਫੀ ਲੰਮੇ ਸਮੇਂ ਤੋਂ ਕੁਰਾਲੀ ਨਿਵਾਸੀਆਂ ਦੀ ਤੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਕਿ ਕੁਰਾਲੀ ਦਾ ਬੱਸ ਸਟੈਂਡ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੋਵੇ, ਕਿਉਂਕਿ ਪਿੰਡਾਂ ਤੋਂ ਜਦੋਂ ਸਵਾਰੀਆਂ ਆਉਂਦੀਆਂ ਨੇ ਤਾਂ ਇੱਥੇ ਆ ਕੇ ਉਹਨਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ, ਕਿਉਂਕਿ ਨਾ ਤਾਂ ਇੱਥੇ ਕੋਈ ਪਾਣੀ ਦੀ ਸਹੂਲਤ, ਨਾ ਬਿਜਲੀ ਪਾਣੀ, ਸਾਰੀਆਂ ਜੋ ਬੇਸਿਕ ਸਹੂਲਤਾਂ ਇੱਕ ਬੱਸ ਸਟੈਂਡ 'ਤੇ ਹੋਣੀਆਂ ਚਾਹੀਦੀਆਂ ਨੇ ਉਹਨਾਂ ਤੋਂ ਇਹ ਬੱਸ ਸਟੈਂਡ ਸੱਖਣਾ ਰਿਹਾ ਹੈ। ਪਿਛਲੇ ਦਿਨ ਇੱਕ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਇਸੀ ਸੰਬੰਧ ਦੇ ਵਿੱਚ, ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਐਸਡੀਐਮ ਸਾਹਿਬ ਖੁਦ ਅੱਜ ਕੁਰਾਲੀ ਪਹੁੰਚੇ ਨੇ। ਸੋ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕੀ ਰੀਜ਼ਨ ਰਿਹਾ ਤੇ ਕਿਹੜੀਆਂ ਕਮੀਆਂ ਕੁਰਾਲੀ ਦੇ ਬੱਸ ਸਟੈਂਡ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਤੇ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਹਨਾਂ ਬਾਰੇ ਉਹਨਾਂ ਦੇ ਕੀ ਕਹਿਣੇ ਨੇ। ਸਰ, ਕੁਰਾਲੀ ਬੱਸ ਸਟੈਂਡ ਦਾ ਅੱਜ ਦੌਰਾ ਕੀਤਾ ਗਿਆ ਜੀ, ਕੀ ਕੁਝ ਚੈੱਕ ਕੀਤਾ ਜਾ ਰਿਹਾ ਤੇ ਮੇਨ ਰੀਜ਼ਨ ਕੀ ਰਿਹਾ ਅੱਜ ਦਾ? ਇੱਥੇ ਬੇਸਿਕਲੀ ਸਾਨੂੰ ਕੰਪਲੇਂਟ ਸੀਗੀਆਂ ਕਿ ਜਿਹੜੇ ਕੁਰਾਲੀ ਬੱਸ ਸਟੈਂਡ ਦਾ ਇੱਥੇ ਮੰਦਾ ਹਾਲ ਹੈ, ਇੱਥੇ ਕੋਈ ਬੱਸਿਸ ਆ ਨਹੀਂ ਰਹੀਆਂ। ਹੁਣ ਸਾਨੂੰ ਇੱਥੇ ਆਏ ਤੇ ਪਤਾ ਲੱਗਿਆ ਕਿ ਜਿਹੜੇ ਲੋਕ ਨੇ ਸ਼ਹਿਰ ਦੇ ਉਹ ਬੱਸ ਸਟੈਂਡ ਉੱਥੇ ਹੀ ਖੁਸ਼ ਨੇ ਕਿ ਉੱਥੇ ਹੀ ਬੱਸਿਸ ਰੁਕਣ, ਇੱਥੇ ਆ ਕੇ ਇੱਥੇ ਖੁਸ਼ ਨਹੀਂ ਹੈਗੇ। ਸੋ ਅਸੀਂ ਇਹੀ ਮੁਆਇਨਾ ਕੀਤਾ ਕਿ ਇੱਥੇ ਨੂੰ ਕਿਵੇਂ ਫਿਜ਼ੀਬਲ ਬਣਾਇਆ ਜਾ ਸਕਦਾ, ਕਮਰਸ਼ੀਅਲੀ ਇਹਨੂੰ ਕਿਵੇਂ ਵਾਈਬਲ ਬਣਾਇਆ ਜਾ ਸਕਦਾ। ਐਡਾ ਵਧੀਆ ਕੰਪਲੈਕਸ ਬਣਿਆ ਹੋਇਆ ਜੋ ਇਹ ਮਾਜਰੀ ਬਲਾਕ ਸੰਮਤੀ ਦੇ ਅੰਡਰ ਆਉਂਦਾ ਤੇ ਉਹਨਾਂ ਦੀ ਮੇਨਟੇਨੈਂਸ ਵੀ ਉਹਨਾਂ ਕੋਲ ਹੀ ਹੈ। ਸੋ ਇੱਥੇ ਦੁਕਾਨਾਂ ਦਾ ਜਿਹੜੇ ਰੇਟ ਨੇ ਬਾਹਰ ਮੈਨੂੰ ਪਤਾ ਲੱਗਿਆ 12-12 ਹਜ਼ਾਰ ਰੁਪਈਆ ਕਿਰਾਏ ਦਾ ਰੇਟ ਹੈ ਜੋ ਦੁਕਾਨਾਂ ਦਾ। ਸੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਦੁਕਾਨਾਂ ਇੱਥੇ ਹੈਗੀਆਂ ਨੇ ਇਹਨੂੰ ਕਿਸੇ ਇੱਕ ਕਮਰਸ਼ੀਅਲ ਹੱਬ ਦੇ ਵਿੱਚ ਅਸੀਂ ਡਿਵੈਲਪ ਕਰ ਸਕੀਏ। ਤੇ ਜੋ ਇੱਥੇ ਬਾਹਰ ਪਾਰਕਿੰਗ ਦਾ ਠੇਕਾ ਆਲਰੇਡੀ ਚੜ੍ਹਿਆ ਹੋਇਆ, ਤਾਂ ਇੱਥੇ ਜੋ ਟਰੱਕ ਖੜੇ ਸੀਗੇ ਕੁਝ ਨਜਾਇਜ਼ ਤਰੀਕੇ ਨਾਲ ਖੜੇ ਹੋਏ ਨੇ, ਉਹ ਪਾਰਕਿੰਗ ਵਾਲੇ ਮੈਨੂੰ ਦੱਸਿਆ ਕਿ ਪਰਚੀ ਨਹੀਂ ਕਟਾਉਂਦੇ। ਉਹਨਾਂ ਨੂੰ ਵੀ ਅਸੀਂ ਹਦਾਇਤ ਕਰਤੀ ਆ ਕਿ ਆਪਣੀ ਮਹੀਨਾਵਾਰ ਪਰਚੀ ਕਟਾਓ, ਚਾਹੇ ਡੇਲੀ ਦੀ ਪਰਚੀ ਕਟਾਓ। ਤੇ ਬੱਸਿਸ ਨੂੰ ਵੀ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਵੀ ਹਦਾਇਤ ਕਰਤੀ ਕਿ ਇੱਥੇ ਪਰਚੀ ਕਟਾਉਣ ਤਾਂ ਕਿ ਜੋ ਰੈਵਨਿਊ ਆ ਸਕੇ ਸਰਕਾਰ ਨੂੰ, ਤਾਂ ਜੋ ਇਹ ਆਪਣਾ ਹੱਬ ਬਣਿਆ ਹੋਇਆ ਇੱਥੇ ਇੱਕ ਕਮਰਸ਼ੀਅਲ ਕੰਪਲੈਕਸ ਬਣਿਆ ਹੋਇਆ ਇਹਨੂੰ ਵਰਤੋਂ 'ਚ ਲਿਆ ਕੇ ਇਹਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਤੇ ਇਹਦੀ ਸਫਾਈ ਵੀ ਕੀਤੀ ਜਾਵੇ। ਸਰ, ਕਾਫੀ ਜਿਹੜੀਆਂ ਬੇਸਿਕ ਸਹੂਲਤਾਂ ਹੋਣੀਆਂ ਚਾਹੀਦੀਆਂ ਬੱਸ ਸਟੈਂਡ ਦੇ ਵਿੱਚ ਉਹਨਾਂ ਤੋਂ ਵੀ ਇਹ ਬੱਸ ਸਟੈਂਡ ਸੱਖਣਾ ਰਿਹਾ ਹੈ। ਜਿਸ ਤਰ੍ਹਾਂ ਕੋਈ ਪਾਣੀ ਦਾ ਅਰੇਂਜਮੈਂਟ ਪ੍ਰੋਪਰ ਨਹੀਂ ਹੈ ਜੀ, ਲਾਈਟਿੰਗ ਉਹ ਪ੍ਰੋਪਰ ਨਹੀਂ ਹੈ, ਪੱਖੇ ਬੇਸ਼ੱਕ ਵੀ ਲੱਗੇ ਹੋਏ ਨੇ ਲੇਕਿਨ ਚੱਲਦਾ ਕਦੇ ਨਹੀਂ ਦੇਖਿਆ ਗਿਆ ਇਹਨਾਂ ਨੂੰ, ਤੇ ਇਹਨਾਂ ਦੇ ਨਾਲ ਫਿਰ ਕਿਸ ਤਰ੍ਹਾਂ ਦੇਖਿਆ ਜਾਏਗਾ ਜੀ? ਅਸੀਂ ਹੁਣ PWD ਤੋਂ ਅਸੈਸਮੈਂਟ ਕਰਾਵਾਂਗੇ ਇਹਦੀ ਸਾਰੀ ਦੁਕਾਨਾਂ ਦੇ ਕਿਰਾਏ ਦੀ। ਜੋ ਸਾਨੂੰ ਕਿਰਾਇਆ ਦੱਸਿਆ ਜਾਏਗਾ ਉਹਨਾਂ ਵੱਲੋਂ ਕਿ ਇੰਨਾ ਕੁ ਕਿਰਾਇਆ ਬਣਦਾ, ਇਹਦੀ ਅਸੈਸਮੈਂਟ ਕਰਕੇ ਅਸੀਂ ਉਹਨਾਂ ਕਿਰਾਇਆ ਫਿਕਸ ਕਰਕੇ ਇੱਥੇ ਲਾਵਾਂਗੇ। ਉਹ ਤੋਂ ਜਿਹੜੀ ਇਨਕਮ ਹੋਏਗੀ ਉਹਦੇ ਨਾਲ ਇੱਕ ਵਾਟਰ ਕੂਲਰ ਆਉਣਾ ਤਾਂ ਚੁਟਕੀ ਦੀ ਖੇਡ ਆ, ਉਹ ਤੋਂ ਮੇਨਟੇਨ ਕਰਨੇ, ਵਾਸ਼ਰੂਮਸ ਮੇਨਟੇਨ ਕਰਨੇ ਅੱਖ ਝਪਕਦੇ ਦੀ ਖੇਡ ਆ। ਸੋ ਉਹ ਬਹੁਤ ਔਖਾ ਨਹੀਂ ਹੋਏਗਾ ਇਸ ਚੀਜ਼ ਦੇ ਵਿੱਚ। ਇੱਕ ਵਾਰੀ ਅਸੀਂ ਉਹਨੂੰ ਹੁਣ ਅਸੀਂ ਆਏ ਹਾਂ ਤੇ ਇੱਕ ਵਾਰ ਅਸੈਸਮੈਂਟ ਕਰਾ ਕੇ ਕਿਰਾਇਆ ਵਧੀਆ ਮਿਲ ਜਾਏਗਾ ਸਾਨੂੰ ਇੱਥੋਂ। ਉਹ ਤੋਂ ਬਾਅਦ ਜੋ ਵੀ ਆਮਦਨ ਆਏਗੀ ਅਸੀਂ ਬੱਸ ਸਟੈਂਡ ਨੂੰ ਮੇਨਟੇਨ ਕਰਨ 'ਤੇ ਲਾਵਾਂਗੇ। ਸਰ, ਲੌਂਗ ਰੂਟ ਦੀ ਬੱਸ ਕਦੇ ਵੀ ਇਸ ਬੱਸ ਸਟੈਂਡ ਦੇ ਵਿੱਚ ਅੱਜ ਤੱਕ ਨਹੀਂ ਐਂਟਰ ਹੋਈ ਜਦੋਂ ਦਾ ਇਹ ਬੱਸ ਸਟੈਂਡ ਬਣਿਆ ਹੈ ਜੀ?
ਤੇ ਇਸੇ ਕਰਕੇ ਮਜਬੂਰ ਬਸ ਲੋਕਾਂ ਨੂੰ ਲਾਈਟਾਂ ਦੇ ਉੱਤੇ ਹੀ ਖੜ ਕੇ ਧੁੱਪ ਦੇ ਵਿੱਚ ਜੇ ਗਰਮੀ ਸਰਦੀ ਹੋਵੇ ਉੱਥੇ ਹੀ ਬਿਨਾਂ ਸ਼ੈੱਡ ਤੋਂ ਖੜਨਾ ਪੈਂਦਾ ਹੈ ਜੀ। ਤੇ ਉਸ ਦੇ ਲਈ ਵੀ ਕੋਈ ਅਰੇਂਜਮੈਂਟ ਕੀਤਾ ਜਾਏਗਾ ਕਿ ਲੌਂਗ ਰੂਟ ਦੀਆਂ ਬੱਸਾਂ ਵੀ ਇਸ ਬੱਸ ਸਟੈਂਡ ਦੇ ਵਿੱਚ ਹੋ ਕੇ ਜਾਣਗੀਆਂ? ਅਸੀਂ ਇਹਦੀ ਵਾਇਬਿਲਿਟੀ ਚੈੱਕ ਕਰ ਰਹੇ ਹਾਂ। ਐਂਟਰੀ ਐਗਜ਼ਿਟ ਪੁਆਇੰਟ ਥੋੜੇ ਜਿਹੇ ਇੱਥੇ ਐਂਟਰੀ ਤੇ ਐਗਜ਼ਿਟ ਦੀ ਪ੍ਰੋਬਲਮ ਹੈਗੀ ਆ। ਇੱਥੇ ਵਿੱਚ ਇੱਕ ਇੱਥੇ ਆ ਜੋ ਥੜਾ ਬਣਿਆ ਹੋਇਆ ਇੱਥੇ ਤੁਸੀਂ ਦੇਖੋਗੇ, ਇੱਥੇ ਇਧਰੋਂ ਆਪਣਾ ਕੈਮਰਾ ਘੁਮਾਓਗੇ ਜੇ ਤੁਸੀਂ, ਉਹ ਜੋ ਥੜਾ ਹੈ ਉਹ ਬੇਸਿਕਲੀ ਅਸੀਂ ਉਹ ਤੋੜ ਕੇ ਜੇ ਐਂਟਰੀ ਐਗਜ਼ਿਟ ਪੁਆਇੰਟ ਦੀ ਵਾਇਬਿਲਿਟੀ ਚੈੱਕ ਕਰਾਂਗੇ ਕਿ ਕੀ ਬਣਦੀ ਹੈ, ਫਿਰ ਉਸ ਹਿਸਾਬ ਨਾਲ ਬੱਸਾਂ ਵੀ ਲੌਂਗ ਰੂਟ ਦੀ ਇੱਧਰ ਨੂੰ ਅਸੀਂ ਟਰਾਂਸਫਰ ਕਰਾਂਗੇ। ਸਰ ਮੇਨ ਰੋਡ ਦੀ ਜੇ ਗੱਲ ਕਰੀਏ ਤਾਂ ਕਾਫੀ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਵੀ ਬਾਹਰ ਸੜਕਾਂ ਦੇ ਉੱਤੇ ਕੀਤੇ ਹੋਏ, ਸ਼ੈੱਡ 10-10 ਫੁੱਟ ਤੱਕ ਅੱਗੇ ਤੱਕ ਵਧਾਏ ਗਏ, ਜਿਸ ਦੇ ਕਰਕੇ ਰਾਹਗੀਰਾਂ ਨੂੰ ਬੜੀਆਂ ਪ੍ਰੋਬਲਮਾਂ ਆਉਂਦੀਆਂ ਨੇ। ਉਹਨਾਂ ਦੇ ਨਾਲ ਸਰ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਚੱਲ ਰਹੀ ਹੈ ਜੀ? ਸਾਡੀ ਈਓ ਸਾਹਿਬ ਨੂੰ ਹਦਾਇਤ ਹੋ ਗਈ ਹੈ ਇੱਥੇ, ਉਹ ਵੀ ਕਾਫੀ ਐਕਟਿਵ ਨੇ ਇਸ ਚੀਜ਼ ਤੇ। ਇਹਨੇ ਵੀ ਈਓ ਸਾਹਿਬ ਵੀ ਬਹੁਤ ਐਕਟਿਵ ਨੇ ਇਸ ਚੀਜ਼ ਤੇ। ਬੇਸਿਕਲੀ ਅਸੀਂ ਹੁਣ ਮਨਾਦੀ ਕਰਾਉਣੀ ਹੈ 7 ਦਿਨ ਸਾਡਾ, ਹਾਂ ਮਨਾਦੀ ਹੁਣ ਕੰਟੀਨਿਊ ਚੱਲ ਰਹੀ ਹੈ। ਇਹ ਤੋਂ ਬਾਅਦ ਅਸੀਂ ਜੋ ਦੁਕਾਨਦਾਰ ਨਜਾਇਜ਼ ਸਮਾਨ ਅੱਗੇ ਰੱਖਿਆ ਹੋਇਆ ਉਹਨੂੰ ਚੁਕਾਵਾਂਗੇ। ਉਹ ਤੋਂ ਬਾਅਦ ਜੇ ਵੀ ਕੋਈ ਦੁਕਾਨਦਾਰ ਫਿਰ ਨਹੀਂ ਹਟਦਾ ਤਾਂ ਅਸੀਂ ਉਹਨੂੰ 133 ਸੀਆਰਪੀਸੀ ਦੇ ਅੰਡਰ ਕਾਰਵਾਈ ਕਰਕੇ ਇਨਕਰੋਚਮੈਂਟ ਦੇ ਵਿੱਚ ਪਬਲਿਕ ਨਿਊਸੈਂਸ ਦੇ ਵਿੱਚ ਲੈ ਕੇ ਆਵਾਂਗੇ। ਸਰ ਇੱਕ ਬਹੁਤ ਵੱਡੀ ਮੰਗ ਇਲਾਕੇ ਦੀ ਕਾਫੀ ਸਮੇਂ ਤੋਂ ਰਹੀ ਹੈ ਕਿ ਸ਼ਹਿਰ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਹੀਂ ਹੈ। ਪਿਛਲੀ ਵਾਰ ਪਟਾਕਾ ਮਾਰਕੀਟ ਸਭ ਤੋਂ ਜ਼ਿਆਦਾ ਵੱਡੀ ਇਸ ਸ਼ਹਿਰ ਦੇ ਵਿੱਚ ਦੇਖਣ ਨੂੰ ਹੈ, ਤੇ ਉਸ ਤੋਂ ਬਾਅਦ ਬਾਜ਼ਾਰ ਤੰਗ ਨੇ। ਪਿਛਲੇ ਦਿਨ ਇੱਕ ਕੱਪੜੇ ਦੁਕਾਨ ਦੇ ਵਿੱਚ ਅੱਗ ਵੀ ਲੱਗੀ ਸੀ, ਲੱਖਾਂ ਕਰੋੜਾਂ ਦਾ ਨੁਕਸਾਨ ਉੱਥੇ ਦੇਖਣ 'ਚ ਮਿਲਿਆ। ਜੇਕਰ ਸ਼ਹਿਰ ਨੂੰ ਅਸੀਂ ਕਹਿੰਦੇ ਇੱਥੇ ਲੋਕਲ ਕੋਈ ਇਸ ਤਰ੍ਹਾਂ ਦੀ ਗੱਡੀ ਹੁੰਦੀ ਤਾਂ ਸ਼ਾਇਦ ਉਹ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਮੈਂ ਇਹ ਈਓ ਸਾਹਿਬ ਤੇ ਉਹਦੇ ਜਿਹੜੇ ਤੁਹਾਡੇ ਇਲਾਕੇ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨਾਲ ਟੇਕਅਪ ਕਰ ਲੈਣਾ, ਤੇ ਉਹ ਤੋਂ ਬਾਅਦ ਇਹ ਮੇਰੀ ਨੌਲੇਜ ਨਹੀਂ ਸੀਗਾ, ਵਧੀਆ ਥੈਂਕ ਯੂ ਤੁਸੀਂ ਮੇਰੀ ਨੌਲੇਜ 'ਚ ਲਿਆਂਦੀ। ਤੋਂ ਅਸੀਂ ਟੇਕਅਪ ਕਰ ਲੈਂਦੇ ਹਾਂ ਕਮੇਟੀ ਦੇ ਵਿੱਚ ਕਿੰਨੇ ਫੰਡਸ ਨੇ, ਉਹਦੇ ਅਕੋਰਡਿੰਗਲੀ ਕੀ ਫਾਈਨੈਂਸ਼ੀਅਲ ਵਾਇਬਿਲਿਟੀ ਬਣਦੀ ਹੈ ਉਹਦੀ ਫਾਇਰ ਟੈਂਡਰ ਦੀ, ਉਸ ਅਕੋਰਡਿੰਗਲੀ ਅਸੀਂ ਦੇਖ ਲੈਂਦੇ ਹਾਂ। ਫਿਰ ਇਹ ਸਭ ਕੀ ਕਹਿਣਾ ਚਾਹੋਗੇ ਅੱਜ ਦਾ, ਜਿਸ ਤਰ੍ਹਾਂ ਐਸਡੀਐਮ ਸਾਹਿਬ ਖੁਦ ਇੱਥੇ ਵਿਜ਼ਿਟ ਕਰਨ ਲਈ ਆਏ ਨੇ, ਤੇ ਕੀ ਕਮੀਆਂ ਇੱਥੇ ਦੇਖੀਆਂ ਗਈਆਂ ਨੇ, ਕਿਸ ਤਰ੍ਹਾਂ ਉਹਨਾਂ ਨੂੰ ਰੈਕਟੀਫਾਈ ਕੀਤਾ ਜਾਏਗਾ ਜੀ? ਇਹ ਕਮੀਆਂ ਤਾਂ ਜੀ ਬਲਾਕ ਸੰਮਤੀ ਦਾ ਹੈਗਾ, ਉਹਨਾਂ ਵੱਲੋਂ ਹੀ ਦੂਰ ਕੀਤੀਆਂ ਜਾਣੀਆਂ। ਸਾਡਾ ਤਾਂ ਇੱਥੇ ਮੈਨੇਜਮੈਂਟ ਹੈ ਨਹੀਂ ਜੀ। ਉਹਨਾਂ ਨਾਲ ਅਸੀਂ ਪੱਤਰ ਲਿਖਿਆ ਸੀਗਾ, ਉਸ ਤੋਂ ਬਾਅਦ ਉਹਨਾਂ ਨੇ ਨੋਟਿਸ ਵਗੈਰਾ ਇਸ਼ੂ ਕੀਤੇ ਆ। ਅੱਗੇ ਵੀ ਫਰਦਰ ਦੇਖਾਂਗੇ ਵੀ ਕੀ ਹੋ ਸਕਦਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ਹਿਰ ਦੇ ਵਿੱਚ ਸਰ ਬੁਨਿਆਦੀ ਦੀ ਗੱਲ ਕਰੀਏ ਤੁਸੀਂ, ਅਸੀਂ ਖੁਦ ਵੀ ਦੇਖ ਰਹੇ ਹਾਂ ਕਿ ਬੁਨਿਆਦੀਆਂ ਕੀਤੀਆਂ ਜਾ ਰਹੀਆਂ, ਲੇਕਿਨ ਦੁਕਾਨਦਾਰ ਫਿਰ ਵੀ ਕਿਤੇ ਨਾ ਕਿਤੇ ਢਿੱਲ-ਮੱਠ ਵਰਤਦੇ ਨਜ਼ਰ ਆ ਰਹੇ ਨਹੀਂ, ਹੁਣ ਜਦ ਦੀ ਬੁਨਿਆਦੀ ਹੋ ਰਹੀ ਹੈ 7-8 ਦਿਨ ਤੋਂ ਲੋਕਾਂ 'ਚ ਬਹੁਤ ਅਸਰ ਹੈ। ਕੱਲ ਸਾਡੀ ਟੀਮ ਵੀ ਗਈ ਸੀ ਦੁਕਾਨ, ਸਾਨੂੰ ਬਾਹਰ ਸਮਾਨ ਮਿਲਿਆ ਹੀ ਨਹੀਂ ਮੇਨ ਬਾਜ਼ਾਰ 'ਚ, ਜਿਹੜਾ ਸਭ ਤੋਂ ਭੀੜ ਹੈ ਮੇਨ ਬਾਜ਼ਾਰ 'ਚ ਸਰ ਹੁਣ ਵੀ ਫੋਨ ਆਏ ਮੋਰਿੰਡਾ ਰੋਡ ਦੀ ਆਪਾਂ ਗੱਲ ਕਰੀਏ ਅਸੀਂ 10 ਦਿਨ ਦਿੱਤੇ ਆ, ਉਸ ਤੋਂ ਬਾਅਦ ਅਸੀਂ 133 ਸੀਆਰਪੀਸੀ ਜਿਵੇਂ ਸਾਹਿਬ ਕਹਿ ਰਹੇ ਆ, ਸਰ ਕਹਿ ਰਹੇ ਆ, ਉਹ ਪੂਰੀ ਕਾਰਵਾਈ ਕਰਾਂਗੇ। ਸਰ ਮੋਰਿੰਡਾ ਰੋਡ ਦੀ ਗੱਲ ਕਰੀਏ ਤਾਂ ਜਿਹੜੇ ਇਹਦਾ ਲੋਹੇ ਦਾ ਜਾਂ ਕੰਮ ਕਰਦੇ ਨੇ, ਉੱਤੇ ਫਰਨੀਚਰ ਦਾ ਕੰਮ ਕਰਦੇ ਨੇ, ਦੁਕਾਨਾਂ ਸੜਕ ਦੇ ਉੱਤੇ ਤੱਕ ਪਹੁੰਚੀਆਂ ਹੋਈਆਂ ਨੇ ਜੀ। ਜੇਕਰ ਕਿਸੇ ਇੱਕ ਗੱਡੀ ਨੂੰ ਦੂਸਰੇ ਨੂੰ ਓਵਰਟੇਕ ਕਰਨਾ ਹੋਵੇ ਤਾਂ ਕਿਤੇ ਨਾ ਕਿਤੇ ਐਕਸੀਡੈਂਟ ਦਾ ਰੀਜ਼ਨ ਬਹੁਤ ਬਣਿਆ ਰਹਿੰਦਾ ਹੈ। ਮੈਂ ਤੁਹਾਨੂੰ ਇਹ ਦੱਸਣ ਬੇਨਤੀ ਕਰ ਰਿਹਾ ਵੀ 10 ਦਿਨ ਦਾ ਇਹਨਾਂ ਨੂੰ ਟਾਈਮ ਹੈ, ਉਸ ਤੋਂ ਬਾਅਦ ਅਸੀਂ ਚਲਾਨ ਵੀ ਕਰਾਂਗੇ, 133 ਸੀਆਰਪੀਸ ਦੇ ਪਾ ਕੇ ਥਾਣੇ 'ਚ ਭੇਜਾਂਗੇ ਪਬਲਿਕ ਨੂੰ ਨਿਊਸੈਂਸ ਦਾ ਕੇਸ ਰਜਿਸਟਰ ਕਰਾਉਣ ਲਈ। ਥੈਂਕ ਯੂ। ਮੇਰਾ ਨਾਮ ਮੈਂ ਗੋਪਾਲ ਦਾਸ ਹੈ ਜੀ, ਇੱਧਰ ਮੜਾਂ ਵਾਲੇ ਤੋਂ ਹੈ ਨਾ। ਅਸੀਂ ਹੁਣ ਇੱਥੇ 2.5 ਘੰਟੇ ਬੈਠਣਾ ਹੈ, ਪਰ ਇੱਥੇ ਪੱਖਾ ਵੀ ਨਹੀਂ ਹੈਗਾ। ਉਸ ਤੋਂ ਪਿਛਲੇ ਹਫਤੇ ਦੀ ਗੱਲ ਹੈ, ਮੈਂ ਦੀ ਹੋ ਗਈ ਤਬੀਅਤ ਖਰਾਬ 11 ਵਜੇ ਹੈ ਨਾ। ਫਿਰ ਅਸੀਂ ਸਿਵਲ ਹਸਪੀਟਲ ਗਏ, ਤੇ ਸਿਵਲ ਹਸਪੀਟਲ ਉਹਨੇ ਬੀਪੀ ਤੇ ਚੈੱਕ ਕਰਦੇ ਆ, ਸ਼ੂਗਰ ਦੀ ਕਹਿੰਦੇ ਪੱਤੀ ਨਹੀਂ ਹੈ ਸਾਡੇ ਕੋਲ। ਦੇਖੋ ਭਗਵੰਤ ਮਾਨ ਜੀ ਕਹਿੰਦੇ ਐਨੇ ਵੱਡੇ ਕੰਮ ਕਰਨੇ, ਇੱਥੇ ਵੱਡੇ ਹਸਪੀਟਲ 'ਚ ਸਿਵਲ ਹਸਪੀਟਲ ਪੱਤੀ ਵੀ ਨਹੀਂ ਹੈਗੀ ਸ਼ੂਗਰ ਚੈੱਕ ਕਰਨੇ ਦੀ। ਫਿਰ ਅਸੀਂ ਪ੍ਰਾਈਵੇਟ ਕਰਾਇਆ ਗੁਪਤੇ ਤੋਂ, ਤੇ ਇੱਦਾਂ ਬੜੀ ਦਿੱਕਤ ਹੈ। ਹੁਣ ਇੱਥੇ ਪੱਖਾ ਤਾਂ ਚਾਹੀਦਾ ਨਾ, ਜਿਹੜੇ ਬੈਠੇ ਆ ਨੇ। ਇਹ ਤਾਂ ਚਲੋ ਐਸਪੀ ਸਾਹਿਬ ਨੇ ਕਿਹਾ ਕਿ ਮੈਟਰ ਚੈੱਕ ਕਰਕੇ ਹੁਣ ਫਸਟ ਟਾਈਮ ਅੱਜ ਉਹਨਾਂ ਦਾ ਵਿਜ਼ਿਟ ਰਿਹਾ ਕਰਾਲੀ ਦਾ, ਜੋ ਕਹਿੰਦੇ ਚੈੱਕ ਕਰਕੇ ਹੁਣ ਕਰਵਾਵਾਂਗੇ। ਫਿਰ ਅਸੀਂ ਪ੍ਰਾਈਵੇਟ ਗੁਪਤਾ ਤੋਂ ਅਸੀਂ ਸ਼ੂਗਰ ਚੈੱਕ ਕਰਾ ਕੇ ਜੀ ਤਾਂ ਮੈਨੂੰ ਤਸੱਲੀ ਹੋਈ ਵੀ ਮੈਨੂੰ ਸ਼ੂਗਰ ਨਹੀਂ ਹੈ। ਔਰ ਜਿਹੜਾ ਸਰਕਾਰੀ ਹਸਪੀਟਲ ਹੈ ਉੱਥੇ ਸ਼ੂਗਰ ਦੀ ਪੱਤੀ ਵੀ ਨਹੀਂ ਸੀਗੀ। ਰਾਤ ਨੂੰ 2:30 ਵਜੇ ਇੱਕਦਮ ਤਕਲੀਫ ਹੋਈ ਜਦੋਂ। ਜੀ ਮਤਲਬ ਕਿ ਕਹਿਣਾ ਚਾਹੁੰਦੇ ਹੋ ਕਿ ਸਿਹਤ ਸਹੂਲਤਾਂ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਉਹ ਖੋਖਲੇ ਨਹੀਂ ਹੈ, ਕੁਛ ਫੈਸਿਲਿਟੀ ਨਹੀਂ ਹੈ। ਇੱਕ ਹਸਪੀਟਲ ਹੋਵੇ। ਹੈ ਮੰਗ ਕੀ ਕਰਦੇ ਹੋ ਸਰਕਾਰ? ਮੰਗ ਇਹ ਹੈ ਵੀ ਜਿਹੜਾ ਕਹਿੰਦੇ ਵੀ ਅਸੀਂ ਦਿੱਲੀ ਇੰਨਾ ਕੁਝ ਕੀਤਾ ਹੈ, ਇੱਥੇ ਵੀ ਹੋ ਜਾਣਾ ਚਾਹੀਦਾ ਨਾ ਉਹ, ਜਾਂ ਉਹ ਕਿਤਾਬਾਂ 'ਚ ਹੀ ਰਹੂਗਾ ਜਾਂ ਅਖਬਾਰਾਂ 'ਚ ਹੀ ਰਹੂਗਾ। ਥੈਂਕ ਯੂ। ਸਰ ਅੱਜ ਐਸਡੀਐਮ ਸਾਹਿਬ ਪਹੁੰਚੇ ਸੀ ਇੱਥੇ, ਕੁਝ ਤੁਸੀਂ ਆਪਣੀਆਂ ਦੁੱਖ ਤਕਲੀਫਾਂ ਵੀ ਦੱਸੀਆਂ, ਕਿਸ ਤਰ੍ਹਾਂ ਦਾ ਓਵਰਆਲ ਰਿਸਪੌਂਸ ਰਿਹਾ? ਵੈਸੇ ਐਸਡੀਐਮ ਸਾਹਿਬ ਜਦ ਅੱਜ ਆਏ, ਉਹਨਾਂ ਕੋਲ ਪੈਸੇ ਤਾਂ ਪਹਿਲਾਂ ਇਹ ਸੀ ਵੀ ਉਹਨਾਂ ਦੀ ਮੇਨ ਪ੍ਰੋਬਲਮ ਤਾਂ ਉਹਨਾਂ ਲਈ ਮੈਂ ਸੀ ਵੀ ਜੋ ਵੀ ਬੱਸ ਸਟੈਂਡ ਦੇ ਵਿੱਚ ਮੇਰਾ ਸਮਾਨ ਪਿਆ ਜਾਂ ਜੋ ਵੀ ਹੈ, ਉਹਨਾਂ ਨੂੰ ਉਸ ਬਾਰੇ ਸਹੀ ਇਨਫੋਰਮੇਸ਼ਨ ਨਾ ਹੋਣ ਕਰਕੇ ਉਹਨਾਂ ਨੇ ਇਸ ਮੈਨੂੰ ਬੁਲਾਇਆ ਤੇ ਵੀ ਕਿਹਾ ਵੀ ਇਹ ਸਵਾਰੀਆਂ ਦੇ ਬੈਠਣ ਦੀ ਥਾਂ ਹੈ, ਤੁਸੀਂ ਇਸ ਨੂੰ ਵੀ ਉਹਨਾਂ ਵਾਸਤੇ ਰਿਲੀਜ਼ ਕਰੋ, ਖਾਲੀ ਕਰੋ। ਫਿਰ ਉਹਨਾਂ ਨੂੰ ਮੈਂ ਸਹੀ ਸਾਰੀ ਪ੍ਰੋਬਲਮਾਂ ਨਾਲ ਦੱਸਿਆ ਕਿ ਜਿਹੜੀ ਪਹਿਲੀ ਦੁਕਾਨ ਹੈ 10-12 ਸਾਲ ਤੋਂ ਮੇਰੀ ਥੱਲੇ ਦੱਬੀ ਆ। ਉਸ ਟਾਈਮ ਮੈਨੂੰ ਬਲਾਕ ਸੰਮਤੀ ਨੇ ਪ੍ਰੋਮਿਸ ਕੀਤਾ ਸੀ ਵੀ ਆਹ ਦੁਕਾਨਾਂ ਤੁਹਾਨੂੰ ਅਸੀਂ ਨਵੀਆਂ ਦੇਵਾਂਗੇ, ਇਹਦੇ ਵਿੱਚ ਤੁਸੀਂ ਆਪਣਾ ਇੰਨਾ ਚਿਰ ਸਮਾਨ ਬਾਹਰ ਰੱਖ ਲਓ। ਅੱਜ 12 ਸਾਲ ਬੀਤਣ ਦੇ ਬਾਅਦ ਵੀ ਸਾਨੂੰ ਉੱਥੇ ਉਹ ਥਾਂ ਨਹੀਂ ਮਿਲੀ। ਉਸ ਤੋਂ ਬਾਅਦ ਜਿਹੜਾ ਕੰਪਲੈਕਸ ਜਿਸ ਟਾਈਮ ਮੇਰੀ ਦੁਕਾਨ ਨੀਚੇ ਦੱਬੀ ਸੀ, ਜਿਹੜਾ ਕੰਪਲੈਕਸ ਬਣਿਆ ਉਹ ਪਿਛਲੇ 12 ਸਾਲ ਤੋਂ ਹੀ ਬੰਦ ਪਿਆ, ਤੇ ਅਮਲੀਆਂ ਅਤੇ ਆਸ਼ਕੀ ਦਾ ਉਹ ਅੱਡਾ ਬਣਿਆ ਹੋਇਆ। ਤੇ ਉੱਥੇ ਦੇ ਹੀ ਫਿਰ ਮੈਂ ਆਪਣੀਆਂ 3 ਦੁਕਾਨਾਂ ਰੈਂਟ ਤੇ ਲੈ ਕੇ ਮੈਂ ਉੱਥੇ ਰੱਖਿਆ, ਜਿੰਦੇ 'ਚ ਉਹ ਦੁਕਾਨਾਂ ਦਾ ਸਾਈਜ਼ ਛੋਟਾ ਹੋਣ ਕਰਕੇ ਬਾਹਰ ਉਹ ਸਮਾਨ ਪਿਆ ਸੀ। ਪਰ ਮੈਂ ਸਰਕਾਰ ਦਾ, ਐਡੀਐਮ ਸਾਹਿਬ ਦਾ,
ਆਪਣੇ ਪੱਤਰਕਾਰ ਸਮੂਹ ਭਰਾਵਾਂ ਦਾ ਮਾਣ ਸਨਮਾਨ ਕਰਦੇ। ਮੈਨੂੰ ਜਦੋਂ ਪਰਸੋਂ ਤੋਂ ਇਹ ਨੋਟਿਸ ਮਿਲਿਆ, ਆਪਾਂ ਨੇ ਉੱਥੋਂ ਦੀ ਸਮਾਨ ਉਹ ਹਟਾ ਦਿੱਤਾ। ਤੇ ਅੱਜ ਐਸਡੀਐਮ ਸਾਹਿਬ ਪੱਤਰਕਾਰ ਵੀਰਾਂ ਨਾਲ ਆਪ ਸਰਵੇ ਤੇ ਆਏ ਤੇ ਉਹਨਾਂ ਨੂੰ ਜੋ ਮੈਂ ਇੱਥੇ ਬੇਸਿਕ ਪ੍ਰੋਬਲਮਾਂ ਸੀ ਉਹ ਦੱਸੀਆਂ ਉਹਨਾਂ ਨੂੰ। ਸਭ ਤੋਂ ਪਹਿਲੀ ਪ੍ਰੋਬਲਮ ਸੀ ਵੀ ਇੱਥੇ ਨਾ ਪਾਣੀ ਦਾ ਪ੍ਰਬੰਧ ਹੈ, ਨਾ ਇੱਥੇ ਬਾਥਰੂਮ ਦਾ ਪ੍ਰਬੰਧ ਹੈ। ਜੋ ਲੇਡੀਜ਼ ਜਾਂ ਬੱਚੇ ਜਾਂ ਬਜ਼ੁਰਗ ਆਉਂਦੇ ਹੈ ਉਹਨਾਂ ਨੂੰ ਇੱਥੇ ਕੋਈ ਸੁਵਿਧਾ ਨਹੀਂ ਹੈ। ਪੱਖੇ ਹੈ ਪਰ ਲਾਈਟ ਨਹੀਂ ਹੈ ਜੀ। ਤੇ ਠੇਕੇਦਾਰੀ ਸਿਸਟਮ ਦੇ ਵਿੱਚ ਇਹ ਸਾਰਾ ਕੰਮ ਉਲਝ ਕੇ ਰਹਿ ਗਿਆ। ਠੇਕੇਦਾਰ ਬੋਲੀ ਹੁੰਦੀ ਹੈ, ਬੜੀ ਘੱਟ ਅਮਾਉਂਟ ਤੇ ਬੋਲੀ ਹੋਈ ਹੈ। ਜੇ ਜਿੰਨੀ ਘੱਟ ਅਮਾਉਂਟ ਤੇ ਫੰਡ ਗਏ ਆ ਉਸ ਹਿਸਾਬ ਨਾਲ ਹੀ ਫੈਸਿਲਿਟੀਆਂ ਮਿਲਣੀਆਂ। ਉਹ ਫੈਸਿਲਿਟੀਆਂ ਦੇ ਹਿਸਾਬ ਨਾਲ ਹੀ ਜੇ ਉਹ ਹੋਣਾ, ਨਾ ਪੱਖੇ ਚੱਲਣਗੇ ਨਾ ਬਾਥਰੂਮ ਚੱਲਣਗੇ। ਅਸੀਂ ਐਸਡੀਐਮ ਸਾਹਿਬ ਨੂੰ ਕਿਹਾ ਵੀ ਤੁਸੀਂ ਆਪਣੀ ਇਸ ਦੀ ਦੁਬਾਰਾ ਬੋਲੀ ਚਲਾਓ। ਇਹ ਕੰਪਲੈਕਸ ਜੇ ਤੁਹਾਡਾ ਕਿਸੇ ਹੋਰ ਪਾਸੇ ਨਹੀਂ ਆਉਂਦਾ, ਇਹਨੂੰ ਕਮਰਸ਼ੀਅਲ ਹੱਬ ਕਰਕੇ ਦੀ ਬੋਲੀ ਚਲਾਓ। ਅਸੀਂ ਇਸ ਦੀ ਬੋਲੀ ਦੇਣ ਨੂੰ ਤਿਆਰ ਹਾਂ ਤੇ ਅੱਛੀ ਖਾਸੀ ਇਸ ਦੀ ਕੀਮਤ ਸਰਕਾਰ ਨੂੰ ਦੇਵਾਂਗੇ। ਉਹ ਕਹਿੰਦੇ ਅਸੀਂ ਇਸ ਦਾ ਮਤਾ ਬਣਾਵਾਂਗੇ, PWD ਤੋਂ ਇਹਦਾ ਅਸੈਸਮੈਂਟ ਕਰਾਵਾਂਗੇ। ਜੋ ਇਸ ਦੀ ਬਣੇਗਾ ਫਿਰ ਅਸੀਂ ਤੁਹਾਨੂੰ ਉਹਦੇ ਬਾਰੇ ਦੱਸ ਦਾਂਗੇ। ਤੇ ਉਸ ਤੋਂ ਬਾਅਦ ਇੱਥੇ ਮੰਡੀ 5 ਤਰੀਕ ਲੱਗਦੀ ਹੈ। ਉਹਦੇ ਬਾਰੇ ਦੱਸਿਆ ਵੀ ਉਹ 5 ਤਰੀਕ ਦੀ ਮੰਡੀ 'ਚ ਬਹੁਤ ਕ੍ਰਾਈਮ ਨਿਕਲਦਾ ਬਾਹਰ, ਕਿਉਂਕਿ ਉੱਥੇ ਬੜੇ ਹੀ ਅਸਮਾਜਿਕ ਲੋਕ ਆਉਂਦੇ ਨੇ। ਡਰਿੰਕ ਹੁੰਦੀ ਹੈ, ਨਸ਼ੇ ਪੱਤੇ ਹੁੰਦੇ ਹੈ ਤੇ ਬਹੁਤ ਕੁਛ ਹੁੰਦਾ ਹੈ। ਉਸ ਤੋਂ ਇਲਾਵਾ ਆਮ ਦਿਨਾਂ ਦੇ ਵਿੱਚ ਵੀ ਪੱਤਰਕਾਰ ਸਾਹਿਬ ਇੱਥੇ ਨਸ਼ੇ ਹੀ ਮੁੰਡੇ, ਟੀਕੇ, ਸਰਿੰਜਾਂ, ਜੇ ਤੁਸੀਂ ਇਹ CCTV 'ਚ ਦੇਖ ਸਕਦੇ ਹੋ ਕਿ ਇੱਕ ਉਜਾੜ ਹੈ। ਇੰਨਾ ਪੈਸਾ ਗੌਰਮੈਂਟ ਦਾ ਲੱਗਣ ਤੋਂ ਬਾਅਦ ਵੀ ਇਹ ਬਿਲਡਿੰਗ ਬੇਜ਼ਾਰ ਪਈ ਹੈ। ਮੈਂ ਖੁਸ਼ ਹਾਂ ਆਪਣੇ ਪੱਤਰਕਾਰ ਭਰਾਵਾਂ ਤੋਂ ਜਿਨ੍ਹਾਂ ਨੇ ਮੇਰੀ ਜਲਦੀ ਪੈਰਵਾਈ ਕਰਦੇ ਹੋਏ ਐਸਡੀਐਮ ਸਾਹਿਬ ਨੂੰ ਸਾਰੀਆਂ ਦੁੱਖ ਤਕਲੀਫਾਂ ਦੱਸੀਆਂ ਵੀ ਇਹ ਕਿਸ ਤਰ੍ਹਾਂ ਠੀਕ ਹੋਣਾ ਚਾਹੀਦਾ ਹੈ। ਤੇ ਮੈਂ ਧੰਨਵਾਦੀ ਹਾਂ। ਤੇ ਬਸ ਮੇਰੀ ਇਹੀ ਡਿਮਾਂਡ ਸੀ ਤੇ ਇਹੀ ਡਿਮਾਂਡ ਦੀ ਤੁਸੀਂ ਵੀ ਪੈਰਵਾਈ ਕੀਤੀ ਹੈ ਤੇ ਉਹਨਾਂ ਨੇ ਵੀ ਮੰਨਿਆ। ਸੈਟੀਸਫਾਈ ਹੋ ਅੱਜ ਦੇ ਐਸਡੀਐਮ ਸਾਹਿਬ ਦੇ ਹਾਂਜੀ ਹਾਂਜੀ, ਮੈਂ ਬਿਲਕੁਲ ਸੰਤੁਸ਼ਟ ਹਾਂ ਤੇ ਆਸ ਕਰਦਾ ਵੀ ਜੋ ਐਸਡੀਐਮ ਸਾਹਿਬ ਕਹਿ ਕੇ ਗਏ ਆ ਤੇ ਉਹਨਾਂ ਤੇ ਉਹ ਖਰਾ ਉਤਰਨਗੇ। ਜੇ ਉਸ 'ਚੋਂ 10% ਵੀ ਕੰਮ ਕਰਦੇ ਨੇ ਉਹ ਵੀ ਸਾਡੇ ਲਈ ਬਹੁਤ ਹੋਏਗਾ, ਬਹੁਤ ਜ਼ਿਆਦਾ। ਥੈਂਕ ਯੂ ਸਰ। ਥੈਂਕ ਸਰ, ਖਰੜ ਤੋਂ ਨਵਨਿਯੁਕਤ ਐਸਡੀਐਮ ਰਵਿੰਦਰ ਸਿੰਘ ਨੇ ਅੱਜ ਨਗਰ ਕੌਂਸਲ ਦਾ ਚੈੱਕਅਪ ਕੀਤਾ ਹੈ, ਦੌਰਾ ਕੀਤਾ ਹੈ। ਕੀ ਕਹਿਣਾ ਚਾਹੋਗੇ, ਕਿਹੜੇ ਮੁੱਦਿਆਂ ਦੇ ਉੱਤੇ ਅੱਜ ਗੱਲਬਾਤ ਹੋਈ ਹੈ ਜੀ? ਅੱਜ ਜੋ ਸਰਕਾਰ ਦਾ ਏਜੰਡਾ ਹੈ, ਸ਼ਾਮਲਾਤ ਜ਼ਮੀਨਾਂ ਜਿਹੜੀਆਂ ਨਗਰ ਕੌਂਸਲ ਦੀਆਂ ਜਾਂ ਪੰਚਾਇਤਾਂ ਦੀਆਂ ਜ਼ਮੀਨਾਂ ਹੈ, ਜਿਹੜੀਆਂ ਕੁਝ ਅਨਸਰਾਂ ਨੇ ਦੱਬੀਆਂ ਹੋਈਆਂ ਨੇ, ਉਹਨਾਂ ਦੇ ਸੰਬੰਧ 'ਚ ਐਸਡੀਐਮ ਸਾਹਿਬ ਨੇ ਦੌਰਾ ਕੀਤਾ ਸ਼ਹਿਰ ਦਾ। ਉਹਦੇ 'ਚ ਸਾਡੇ ਦੁਸਹਿਰਾ ਗਰਾਊਂਡ ਦੇ ਵਿੱਚ ਕੁਝ ਬੰਦੇ ਨਜਾਇਜ਼ ਪਾਰਕਿੰਗ ਲਾਉਂਦੇ ਆ। ਉਹ ਹਰ ਬੰਦੇ ਤੋਂ ਜਿਹੜਾ ਕੋਈ ਸਬਜ਼ੀ ਲੈਣ, ਕੋਈ ਛੋਟਾ ਮੋਟਾ ਕੁਛ ਵੀ ਬਾਜ਼ਾਰ 'ਚ ਕੰਮ ਆਉਂਦਾ ਹੈ, ਚਾਹੇ ਉਹ 10 ਮਿੰਟ ਲਈ ਵੀ ਆਉਂਦਾ ਹੈ, ਤੇ ਉਹ 20-30 ਰੁਪਏ ਦੀ ਗੁੰਡਾ ਪਰਚੀ ਵਸੂਲਦੇ ਆ। ਉਹਦੇ ਸੰਬੰਧ 'ਚ ਐਸਡੀਐਮ ਸਾਹਿਬ ਨੇ ਅੱਜ ਉੱਥੇ ਦੌਰਾ ਕੀਤਾ ਤੇ ਉਹ ਅਨਸਰ ਜਿਹੜੇ ਮਾੜੇ ਅਨਸਰ ਉੱਥੇ ਨਸ਼ੇ ਕਰਦੇ ਨੇ ਤੇ ਉੱਥੇ ਪਰਚੀ ਲਾਉਂਦੇ ਆ, ਉਹ ਮੌਕੇ 'ਤੇ ਭੱਜ ਗਏ। ਤੇ ਐਸਡੀਐਮ ਸਾਹਿਬ ਨੇ ਸਖਤ ਆਰਡਰ ਐਸਐਚਓ ਸਾਹਿਬ ਨੂੰ ਕੀਤੇ ਆ, ਉੱਥੇ ਉਹਨਾਂ ਅਨਸਰਾਂ ਨੂੰ ਨਾ ਵੜਨ ਦਿੱਤਾ ਜਾਵੇ। ਤੇ ਅਸੀਂ ਉੱਥੇ ਆਉਣ ਵਾਲੇ ਦਿਨਾਂ 'ਚ ਆਪਣੇ ਮੁਲਾਜ਼ਮ ਲਾ ਕੇ ਕੌਂਸਲ ਦੇ ਉੱਥੇ ਫ੍ਰੀ ਪਾਰਕਿੰਗ ਦੇਵਾਂਗੇ। ਕਿਸੇ ਤੋਂ ਕੋਈ ਫੀਸ ਨਹੀਂ ਵਸੂਲੀ ਜਾਏਗੀ, ਕਿਉਂਕਿ ਆਮ ਗਰੀਬ ਬੰਦਾ 20 ਰੁਪਏ ਸਬਜ਼ੀ ਲੈਣ ਆਉਂਦਾ ਤੇ 30 ਰੁਪਏ ਦੀ ਵਿਚਾਰੇ ਪਰਚੀ ਲੱਗ ਜਾਂਦੀ ਹੈ। ਤੇ ਅਸੀਂ ਨਗਰ ਕੌਂਸਲ ਉੱਥੇ ਫ੍ਰੀ ਪਾਰਕਿੰਗ ਦੇਵੇਗੀ ਤੇ ਜਿਹਦੇ ਕਰਕੇ ਜਾਮ ਲੱਗਦੇ ਨੇ ਸਾਰੇ ਸੜਕਾਂ ਤੇ, ਗਲੀਆਂ 'ਚ ਗੱਡੀਆਂ ਖੜੀਆਂ ਰਹਿੰਦੀਆਂ, ਉਹ ਸਾਰੀਆਂ ਗੱਡੀਆਂ ਉੱਥੇ ਪਾਰਕ ਹੋਣਗੀਆਂ ਤੇ ਜਾਮ ਦੀ ਵੀ ਸਮੱਸਿਆ ਘਟੇਗੀ ਸ਼ਹਿਰ 'ਚ। ਤੇ ਜਿਹੜਾ ਜੇਬਾਂ ਤੇ ਗਰੀਬ ਆਮ ਆਦਮੀ ਜੇਬ ਤੇ ਡਾਕਾ ਪੈਂਦਾ ਉਹ ਵੀ ਤਕਰੀਬਨ ਬੰਦ ਹੋ ਜਾਏਗਾ। ਸਰ, ਬੱਸ ਸਟੈਂਡ ਦਾ ਵੀ ਚੈੱਕਅਪ ਕੀਤਾ ਗਿਆ ਹੈ ਤੇ ਆਪਣਾ ਹਸਪੀਟਲ ਦਾ ਵੀ ਅੱਜ ਚੈਕਿੰਗ ਕਰਕੇ ਆਏ ਨੇ, ਉਸ ਦੇ ਬਾਰੇ ਕੋਈ ਗੱਲਬਾਤ ਹੋਈ ਹੋਵੇ? ਐਸਡੀਐਮ ਸਾਹਿਬ ਜੋ ਹਸਪੀਟਲ ਦਾ ਦੇਖ ਕੇ ਆਏ ਹੈ, ਉੱਥੇ ਵੀ ਕਾਫੀ ਕੁਝ ਮਤਲਬ ਕੰਮ ਹੋਣ ਵਾਲੇ ਨੇ ਸਰਕਾਰ ਦੇ ਐਂਡ ਤੋਂ। ਤੇ ਐਸਡੀਐਮ ਸਾਹਿਬ ਨੇ ਨਾਲ ਦੀ ਨਾਲ ਉਹ ਅੱਗੇ ਡੀਸੀ ਸਾਹਿਬ ਨੂੰ ਕਿਹਾ ਉਹਨਾਂ ਕੰਮਾਂ ਬਾਰੇ ਤੇ ਉਹ ਸਾਰੇ ਡੀਸੀ ਸਾਹਿਬ ਦੇ ਧਿਆਨ 'ਚ ਲਿਆਉਂਦੇ, ਸਰਕਾਰ ਦੇ ਧਿਆਨ 'ਚ ਲਿਆਉਂਦੇ ਐਸਡੀਐਮ ਸਾਹਿਬ ਨੇ, ਉਹ ਠੀਕ ਹੋ ਜਾਣਗੇ। ਤੇ ਬੱਸ ਸਟੈਂਡ ਦਾ ਜੋ ਸੀਗਾ ਮੁੱਦਾ, ਉਹ ਉਹਨਾਂ ਦਾ ਸੀਗਾ ਵੀ ਸਾਰੀਆਂ ਬੱਸਾਂ ਉੱਥੇ ਅੰਦਰ ਜਾਣ, ਸਵਾਰੀਆਂ ਜੋ ਸੜਕ 'ਤੇ ਖੜ੍ਹਦੀਆਂ ਉਹ ਨਾ ਖੜ੍ਹਨ। ਪਰ ਉੱਥੇ ਸਾਡੀ ਜੋ ਵਿਚਾਰ ਹੋਈ ਲੰਮੀ ਸਾਰੇ ਇੱਥੇ ਅਫਸਰ ਸਾਹਿਬਾਨ ਦੀ ਤੇ ਸ਼ਹਿਰ ਬੰਨਿਓ ਮੈਂ ਨੁਮਾਇੰਦਾ ਸੀਗਾ, ਤੇ ਉੱਥੇ ਉਹਨਾਂ ਦੀ ਗੱਲ ਹੋਈ ਹੈ ਐਸਡੀਐਮ ਸਾਹਿਬ ਦੀ ਸਾਡੀ ਉਹਨਾਂ ਨਾਲ ਵੀ ਜਿਹੜੀਆਂ ਬੱਸਾਂ ਨੇ ਇੰਟਰਸਟੇਟ ਚੱਲਦੀਆਂ ਨੇ, ਉਹ ਬੱਸਾਂ ਲਈ ਜੇ ਉੱਥੇ ਅੱਡੇ ਜਾਣਗੀਆਂ ਘੱਟੋ ਘੱਟ 10 ਜਾਂ 15 ਮਿੰਟ ਉਹਦੇ ਫੁੱਟਣਗੇ, ਉਹ ਬਾਹਰ ਦੀ ਬਾਹਰ ਲੰਘਣਾ ਨੂੰ ਤਰਜੀਹ ਦੇਣਗੀਆਂ, ਸ਼ਹਿਰ 'ਚ ਨਹੀਂ ਆਉਣਗੀਆਂ। ਇਸ ਕਰਕੇ ਲੋਕਲ ਬੱਸਾਂ ਦਾ ਜ਼ਰੂਰੀ ਬਣਾਇਆ ਜਾਏਗਾ ਉੱਥੇ ਐਸਡੀਐਮ ਸਾਹਿਬ ਬੰਨਿਓ, ਤੇ ਜੋ ਸਾਡੇ ਕੌਂਸਲ ਬੰਨਿਓ ਕਰਨਾ ਪਏ ਅਸੀਂ ਕਰਾਂਗੇ। ਤੇ ਜੋ ਬਾਹਰ ਵਾਲੀਆਂ ਬੱਸਾਂ ਨੇ ਉਹਨਾਂ ਲਈ ਅਸੀਂ ਪਹਿਲਾਂ ਹੀ ਬੱਸ ਸਟੈਂਡ ਨੂੰ ਪੱਕਾ ਕਰ ਰਹੇ। ਥੋੜ੍ਹੀ ਜਿਹੀ ਮਟੀਰੀਅਲ ਨਹੀਂ ਮਿਲ ਰਿਹਾ, ਆਪਣਾ ਕੋਈ ਮਾਈਨਿੰਗ ਦੀ ਪ੍ਰੋਬਲਮ ਚੱਲ ਰਹੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ।
ਸਰਕਾਰ ਕੋਈ ਪਾਲਿਸੀ ਵਧੀਆ ਲਿਆਏਗੀ ਤੇ ਉਹ ਠੀਕ ਹੋ ਜਾਏਗਾ। ਤੇ ਉੱਥੇ ਅਸੀਂ ਰੇਨ ਸ਼ੈਲਟਰ ਬਣਾਉਣ ਜਾ ਰਹੇ 3, ਤੇ ਜਦੋਂ ਵੀ ਆਹ ਮਟੀਰੀਅਲ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਬਹੁਤ ਜਲਦੀ ਅਸੀਂ ਰੇਨ ਸ਼ੈਲਟਰ ਬਣਾ ਦਾਂਗੇ ਤੇ ਬਾਹਰਲੀਆਂ ਬੱਸਾਂ ਸਿੱਧੀਆਂ ਨਵੀਆਂ ਕਰਾਂਗੇ।